रेशम, ओ रेशम, मेरा टिफिन तैयार होया कि नहीं? ਪ੍ਰੀਤ ਨੇ ਪਰਸ ਮੋਢਿਆਂ ਤੇ ਟੰਗ ਕੇ ਕਮਰੇ 'ਚੋਂ ਬਾਹਰ ਨਿਕਲਦੇ ਹੋਏ ਆਪਣੀ ਸੱਸ ਰੇਸ਼ਮ ਕੌਰ ਨੂੰ ਆਵਾਜ਼ ਦਿੰਦੇ ਹੋਏ ਪੁੱਛਿਆ। ਹਾਂ ਧੀਏ, ਤੇਰਾ ਡੱਬਾ ਤਿਆਰ ਆ, ਰੇਸ਼ਮ ਕੌਰ ਨੇ ਉੱਤਰ ਦਿੱਤਾ। ਪ੍ਰੀਤ ਰਸੋਈ ਵਿੱਚ ਗਈ ਤੇ ਆਪਣੀ ਸੱਸ ਦੁਆਰਾ ਬਣਾਏ ਟਿਫਨ ਨੂੰ ਖੋਲ੍ਹ ਕੇ ਦੇਖਿਆ ਤਾਂ ਮੂੰਹ ਬਣਾਉਂਦੇ ਹੋਏ ਬੋਲੀ, ਓਹੋ, ਇਹ ਕੀ? ਆਲੂ ਦੇ ਪਰੌਂਠੇ ਬਣਾ ਦਿੱਤੇ? ਇਸੇ ਹਫ਼ਤੇ ਤਾਂ ਬਣਾਏ ਸੀ। ਤੈਨੂੰ ਕਿੰਨੀ ਵਾਰ ਕਿਹਾ ਕਿ ਰੋਜ਼-ਰੋਜ਼ ਇੱਕ ਹੀ ਚੀਜ਼ ਨਾ ਬਣਾਇਆ ਕਰ। ਰੋਜ਼ ਇੱਕੋ ਜਿਹਾ ਖਾਣਾ ਖਾ ਕੇ ਮੈਂ ਬੋਰ ਹੋ ਜਾਂਦੀ ਹਾਂ। ਰੇਸ਼ਮ ਕੌਰ ਸਹਿਮੀ ਜੀ ਚੁੱਪ ਖੜੀ ਰਹੀ ਤੇ ਪ੍ਰੀਤ ਬੜਬੜਾਉਂਦੀ ਹੋਈ ਰਸੋਈ 'ਚੋਂ ਬਾਹਰ ਚਲੀ ਗਈ। ਆਪਣੀ ਘੜੀ ਤੇ ਸਮਾਂ ਦੇਖਿਆ ਤਾਂ ਪ੍ਰੀਤ ਨੇ ਫਿਰ ਰੇਸ਼ਮ ਕੌਰ ਨੂੰ ਆਵਾਜ਼ ਦਿੱਤੀ ਤੇ ਕਿਹਾ, ਰੇਸ਼ਮ, ਮਨਤਾਜ ਨੂੰ ਫਟਾਫਟ ਨਾਸ਼ਤਾ ਕਰਾ, ਨਹੀਂ ਤਾਂ ਤੇਰੀ ਵਜ੍ਹਾ ਨਾਲ ਅੱਜ ਫਿਰ ਉਸ ਦੀ ਬੱਸ ਲੰਘ ਜਾਵੇਗੀ। ਪ੍ਰੀਤ ਉਸੇ ਸਕੂਲ ਵਿੱਚ ਅਧਿਆਪਕ ਸੀ ਜਿੱਥੇ ਮਨਤਾਜ ਪੜ੍ਹਦਾ ਸੀ। ਪੋਤੇ ਮਨਤਾਜ ਤੇ ਬਹੂ ਦੇ ਸਕੂਲ ਜਾਣ ਤੋਂ ਬਾਅਦ ਰੇਸ਼ਮ ਕੌਰ ਨੇ ਨਾਸ਼ਤਾ ਕੀਤਾ ਤੇ ਰਸੋਈ ਸਾਫ਼ ਕਰਨ ਲੱਗੀ। ਘਰ ਦਾ ਸਾਰਾ ਕੰਮ ਕਰਨ ਤੋਂ ਬਾਅਦ ਹੁਣ ਉਹ ਥੱਕ ਕੇ ਚੂਰ ਹੋ ਚੁੱਕੀ ਸੀ, ਇਸ ਲਈ ਉਸਦੀ ਅੱਖ ਲੱਗ ਗਈ। ਜਦੋਂ ਅੱਖ ਖੁੱਲ੍ਹੀ, ਮਨਤਾਜ ਅਤੇ ਪ੍ਰੀਤ ਦੇ ਸਕੂਲੋਂ ਵਾਪਸ ਆਉਣ ਦਾ ਟਾਈਮ ਹੋ ਚੁੱਕਿਆ ਸੀ। ਹਿੰਮਤ ਕਰਕੇ ਦੋਨਾਂ ਦੇ ਆਉਣ ਤੋਂ ਪਹਿਲਾਂ ਹੀ ਗਰਮ ਰੋਟੀਆਂ ਬਣਾ ਕੇ ਦੋਨਾਂ ਲਈ ਪਰੋਸ ਦਿੱਤੀਆਂ। ਉਸ ਦਾ ਪੋਤਾ ਮਨਤਾਜ ਦਾਦੀ ਦੇ ਹੱਥੋਂ ਹੀ ਖਾਣਾ ਖਾਂਦਾ ਸੀ। ਪ੍ਰੀਤ ਵੀ ਖਾਣਾ ਖਾਣ ਤੋਂ ਬਾਅਦ ਰੇਸ਼ਮ ਕੌਰ ਨੂੰ ਕਹਿੰਦੀ ਹੈ ਕਿ ਸ਼ਾਮ ਨੂੰ ਉਸਨੇ ਆਪਣੀ ਸਹੇਲੀ ਮਨਜੀਤ ਨੂੰ ਖਾਣੇ ਤੇ ਬੁਲਾਇਆ ਹੈ ਤਾਂ ਖਾਣੇ ਵਿੱਚ ਕੁਝ ਵਧੀਆ ਹੀ ਬਣਾਉਣਾ ਹੈ। ਇਹਨਾਂ ਕਹਿ ਕੇ ਉਹ ਆਪਣੇ ਕਮਰੇ ਵਿੱਚ ਆਰਾਮ ਕਰਨ ਚਲੀ ਗਈ। ਰੇਸ਼ਮ ਕੌਰ ਨੇ ਟਾਈਮ ਤੋਂ ਪਹਿਲਾਂ ਹੀ ਰਾਤ ਦੇ ਖਾਣੇ ਦੀ ਤਿਆਰੀ ਸ਼ੁਰੂ ਕਰ ਦਿੱਤੀ। ਨੂੰਹ ਦੇ ਕਹੇ ਅਨੁਸਾਰ ਚੰਗੇ ਪਕਵਾਨ ਬਣਾ ਦਿੱਤੇ। ਘਰ ਦਾ ਸਾਰਾ ਕੰਮ ਨਿਪਟਾ ਕੇ ਰੇਸ਼ਮ ਕੌਰ ਵਿਹਲੀ ਹੋਈ ਸੀ ਕਿ ਨੂੰਹ ਨੇ ਉਸ ਨੂੰ ਆਪਣੇ ਕੱਪੜੇ ਤੇ ਮਨਤਾਜ ਦੀ ਸਕੂਲ ਵਾਲੀ ਵਰਦੀ ਪ੍ਰੈਸ ਕਰਨ ਲਈ ਦੇ ਦਿੱਤੀ। ਅਜਿਹਾ ਨਹੀਂ ਸੀ ਕਿ ਰੇਸ਼ਮ ਕੌਰ ਆਪਣੀ ਨੂੰਹ ਨੂੰ ਪਿਆਰ ਨਹੀਂ ਸੀ ਕਰਦੀ। ਉਹ ਤਾਂ ਪ੍ਰੀਤ ਨੂੰ ਨੂੰਹ ਨਹੀਂ ਸਗੋਂ ਧੀ ਬਣਾ ਕੇ ਬੜੇ ਚਾਵਾਂ ਨਾਲ ਆਪਣੇ ਘਰ ਲੈ ਆਈ ਸੀ। ਉਹ ਖੁਸ਼ੀ-ਖੁਸ਼ੀ ਨੂੰਹ ਦੇ ਸਾਰੇ ਕੰਮ ਆਪ ਕਰਿਆ ਕਰਦੀ ਸੀ। ਪਰੰਤੂ ਜਦੋਂ ਤੋਂ ਪ੍ਰੀਤ ਦਾ ਰਵੱਈਆ ਉਸ ਦੇ ਪ੍ਰਤੀ ਬਦਲਿਆ, ਪ੍ਰੀਤ ਨੇ ਉਸ ਨੂੰ ਗੱਲ-ਗੱਲ ਤੇ ਬੇਇੱਜ਼ਤ ਕਰਨਾ ਸ਼ੁਰੂ ਕਰ ਦਿੱਤਾ, ਉਦੋਂ ਤੋਂ ਉਸ ਦਾ ਦਿਲ ਟੁੱਟ ਗਿਆ ਸੀ। ਹੁਣ ਜਦੋਂ ਦੇਖੋ ਪ੍ਰੀਤ ਫੋਨ ਵਿੱਚ ਹੀ ਬਿਜ਼ੀ ਰਹਿੰਦੀ ਸੀ। ਰੇਸ਼ਮ ਕੌਰ ਨੂੰ ਇਹ ਅਹਿਸਾਸ ਹੁੰਦਾ ਸੀ ਕਿ ਉਹ ਆਪਣੇ ਘਰ ਵਾਲੇ ਨਾਲ ਤਾਂ ਗੱਲ ਨਹੀਂ ਕਰਦੀ, ਕਿਉਂਕਿ ਇੱਕ ਤਾਂ ਉਹ ਬਿਜ਼ੀ ਰਹਿੰਦਾ ਹੈ ਤੇ ਦੂਜਾ ਜਦੋਂ ਵੀ ਫੋਨ ਕਰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੀ ਮਾਂ ਨਾਲ ਗੱਲ ਕਰਦਾ ਸੀ, ਫਿਰ ਪੁੱਤਰ ਨਾਲ ਤੇ ਫਿਰ ਪ੍ਰੀਤ ਨਾਲ। ਉਸ ਦਾ ਕਮਰਾ ਬਹੁਤ ਦੇਰ ਤੱਕ ਬੰਦ ਰਹਿਣ ਲੱਗਾ ਸੀ। ਇੱਕ ਦਿਨ ਜਦੋਂ ਫੋਨ ਤੇ ਗੱਲ ਕਰਦੇ ਹੋਏ ਬਹੁਤ ਸਮਾਂ ਹੋ ਗਿਆ ਤਾਂ ਹਿੰਮਤ ਕਰਕੇ ਰੇਸ਼ਮ ਕੌਰ ਨੇ ਉਸ ਨੂੰ ਬੜੇ ਪਿਆਰ ਨਾਲ ਪੁੱਛਿਆ ਕਿ ਧੀਏ, ਕਿਸ ਦਾ ਫੋਨ ਆ? ਓਹੋ ਰੇਸ਼ਮ, ਤੂੰ ਤਾਂ ਬੜੀ ਨਜ਼ਰ ਰੱਖਣ ਲੱਗੀ ਆ ਮੇਰੇ ਤੇ। ਮੈਂ ਚਾਹੇ ਜਿਸ ਨਾਲ ਮਰਜ਼ੀ ਗੱਲ ਕਰਾਂ, ਤੂੰ ਇਸ ਗੱਲ ਤੋਂ ਕੀ ਲੈਣਾ ਦੇਣਾ? ਆਪਦੇ ਕੰਮ ਨਾਲ ਮਤਲਬ ਰੱਖ। ਮੇਰੇ ਕਿਸੇ ਵੀ ਮਾਮਲੇ ਵਿੱਚ ਟੰਗ ਅੜਾਉਣ ਦੀ ਕੋਸ਼ਿਸ਼ ਨਾ ਕਰ, ਸਮਝੀ? ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ। ਪ੍ਰੀਤ ਨੇ ਤਾੜ-ਤਾੜ ਜਵਾਬ ਦਿੱਤੇ ਤਾਂ ਰੇਸ਼ਮ ਕੌਰ ਸਹਿਮ ਗਈ। ਰੇਸ਼ਮ, ਓ ਰੇਸ਼ਮ, ਮੇਰੇ ਬੈਗ ਵਿੱਚੋਂ 100 ਰੁਪਇਆ ਲੈ ਜਾ ਤੇ ਸ਼ਾਮ ਨੂੰ ਬਾਜ਼ਾਰ ਜਾਂਦੇ ਹੋਏ ਮੇਰੇ ਲਈ ਟਿੱਕੀ ਤੇ ਚਾਟ ਲੈ ਆਈ। ਪ੍ਰੀਤ ਨੇ ਸੱਸ ਨੂੰ ਆਰਡਰ ਦਿੱਤਾ। ਠੀਕ ਆ ਧੀਏ, ਰੇਸ਼ਮ ਕੌਰ ਨੇ ਜਵਾਬ ਦਿੱਤਾ। ਉਹ ਪ੍ਰੀਤ ਦੇ ਕਮਰੇ ਵਿੱਚ ਪੈਸੇ ਲੈਣ ਗਈ। ਜਿਵੇਂ ਹੀ ਉਸਨੇ ਪਰਸ ਦੀ ਜਿਪ ਖੋਲ੍ਹੀ ਤਾਂ ਉਹ ਹੈਰਾਨ ਰਹਿ ਗਈ। ਪ੍ਰੀਤ ਦੇ ਬੈਗ ਵਿੱਚ ਇੱਕ ਸਿਗਰਟ ਦਾ ਪੈਕੇਟ ਸੀ। ਰੇਸ਼ਮ ਕੌਰ ਨੇ ਪੈਸੇ ਲੈ ਕੇ ਜਿਪ ਬੰਦ ਕਰ ਦਿੱਤੀ ਤੇ ਬਾਜ਼ਾਰ ਵੱਲ ਚੱਲ ਪਈ। ਪਰੰਤੂ ਉਸ ਦਾ ਧਿਆਨ ਅਜੇ ਵੀ ਸਿਗਰਟ ਦੇ ਪੈਕੇਟ ਤੇ ਹੀ ਅਟਕਿਆ ਹੋਇਆ ਸੀ। ਉਸ ਦੇ ਅੰਦਾਜ਼ੇ ਅਨੁਸਾਰ ਜਾਂ ਤਾਂ ਪ੍ਰੀਤ ਸਿਗਰਟ ਪੀਂਦੀ ਸੀ ਜਾਂ ਫਿਰ ਜਿਸ ਨਾਲ ਉਹ ਫੋਨ ਤੇ ਗੱਲ ਕਰਦੀ ਸੀ ਉਹ ਆਦਮੀ ਦਾ ਇਹ ਪੈਕੇਟ ਹੋ ਸਕਦਾ ਸੀ। ਪਰੰਤੂ ਬਿਨਾਂ ਸੱਚ ਜਾਣੇ ਉਸਨੇ ਕਿਸੇ ਵੀ ਨਤੀਜੇ ਤੇ ਪਹੁੰਚਣਾ ਸਹੀ ਨਹੀਂ ਸਮਝਿਆ। ਪਰ ਹੁਣ ਉਹ ਨੂੰਹ ਤੇ ਥੋੜੀ ਨਜ਼ਰ ਰੱਖਣ ਲੱਗੀ ਸੀ। ਅਗਲੇ ਦਿਨ ਫੋਨ ਤੇ ਗੱਲ ਕਰਦੇ ਕਰਦੇ ਨੂੰਹ ਛੱਤ ਤੇ ਚਲੀ ਗਈ। ਰੇਸ਼ਮ ਕੌਰ ਵੀ ਮਨਤਾਜ ਨੂੰ ਸਵਾ ਕੇ ਪੌੜੀਆਂ ਤੇ ਖੜ ਕੇ ਚੁੱਪ-ਚਾਪ ਪ੍ਰੀਤ ਦੀਆਂ ਗੱਲਾਂ ਸੁਣਨ ਲੱਗੀ। ਕੀ ਯਾਰ ਤੇਜ, ਤੂੰ ਵੀ ਕਮਾਲ ਕਰਦਾ। ਇਹ ਦੱਸ, ਮੰਡੇ ਤੋਂ ਸਕੂਲ ਤੋਂ ਬਾਅਦ ਕਿੱਥੇ ਘੁੰਮਣ ਲਈ ਲੈ ਕੇ ਜਾ ਰਹੇ ਆ? ਉਹ ਵੈਸਟ ਪੁਆਇੰਟ, ਮੇਰਾ ਫੇਵਰੇਟ। ਨੂੰਹ ਦੇ ਮੂੰਹ ਤੋਂ ਕਿਸੇ ਅਣਜਾਣ ਵਿਅਕਤੀ ਦਾ ਨਾਮ ਸੁਣ ਕੇ ਰੇਸ਼ਮ ਕੌਰ ਸੁੰਨ ਹੋ ਗਈ। ਉਸ ਦੇ ਪੈਰਾਂ ਥੱਲੇ ਜ਼ਮੀਨ ਹੀ ਖਿਸਕ ਗਈ। ਉਹੀ ਹੋਇਆ ਜਿਸ ਦਾ ਰੇਸ਼ਮ ਕੌਰ ਨੂੰ ਸ਼ੱਕ ਸੀ। ਪ੍ਰੀਤ ਪਤਾ ਨਹੀਂ ਕਦੋਂ ਤੋਂ ਉਸ ਦੇ ਪੁੱਤ ਨੂੰ ਧੋਖਾ ਦੇ ਰਹੀ ਸੀ। ਪੌੜੀਆਂ ਤੇ ਖੜੇ-ਖੜੇ ਰੇਸ਼ਮ ਕੌਰ ਦਾ ਅਚਾਨਕ ਸਿਰ ਚਕਰਾਉਣ ਲੱਗਾ ਤੇ ਪੌੜੀਆਂ ਤੇ ਰੱਖਿਆ ਗਮਲਾ ਉਸ ਦੇ ਪੈਰ ਵਿੱਚ ਵੱਜ ਕੇ ਥੱਲੇ ਡਿੱਗ ਪਿਆ। ਰੇਸ਼ਮ ਕੌਰ ਡਰ ਗਈ ਤੇ ਛੇਤੀ-ਛੇਤੀ ਪੌੜੀਆਂ ਉਤਰਨ ਲੱਗੀ, ਪਰ ਪ੍ਰੀਤ ਨੇ ਉਸ ਨੂੰ ਥੱਲੇ ਜਾਂਦੇ ਦੇਖ ਲਿਆ। ਪ੍ਰੀਤ ਫੋਨ ਬੰਦ ਕਰਕੇ ਤੁਰੰਤ ਥੱਲੇ ਆਈ
ਤੇ ਉਸਦੇ ਚਿਹਰੇ ਦਾ ਰੰਗ ਵੀ ਕੁਝ ਉੱਡਿਆ ਹੋਇਆ ਸੀ। ਪਰੰਤੂ ਉਸਨੇ ਆਪਣੇ ਹਾਵ ਭਾਵ ਲੁਕਾਉਂਦੇ ਹੋਏ ਕੱਸ ਕੇ ਸੱਸ ਦੀ ਗੁੱਤ ਫੜੀ ਤੇ ਪੁੱਛਿਆ, ਕਿਉਂ ਬੁੱਢੀਏ, ਤੂੰ ਹੁਣ ਮੇਰੀ ਜਸੂਸੀ ਕਰੇਂਗੀ? ਬੋਲ, ਤੂੰ ਇਸ ਸਮੇਂ ਛੱਤ ਤੇ ਕੀ ਕਰਨ ਗਈ ਸੀ ਤੇ ਤੂੰ ਕੀ ਸੁਣਿਆ ਹੈ? ਜਲਦੀ ਬੋਲ, ਨਹੀਂ ਤਾਂ। ਨਹੀਂ ਧੀਏ, ਮੈਂ ਕੁਝ ਨਹੀਂ ਸੁਣਿਆ, ਮੈਨੂੰ ਛੱਡ ਦੇ। ਮੈਂ ਸੱਚ ਕਹਿ ਰਹੀ ਹਾਂ ਕਿ ਮੈਨੂੰ ਕੁਝ ਨਹੀਂ ਪਤਾ। ਬੁੜੀਏ, ਜੇ ਤੂੰ ਕਿਸੇ ਨੂੰ ਕੁਝ ਦੱਸਿਆ ਤਾਂ ਮੈਂ ਤੇਰੇ ਟੁਕੜੇ ਟੁਕੜੇ ਕਰਕੇ ਕੁੱਤਿਆਂ ਨੂੰ ਪਾ ਦੇਵਾਂਗੀ, ਸਮਝੀ ਕਿ ਨਹੀਂ? ਪ੍ਰੀਤ ਸੱਸ ਨੂੰ ਦਬਾ ਕੇ ਆਪਣੇ ਕਮਰੇ ਵਿੱਚ ਆਈ ਤਾਂ ਉਸਨੇ ਤੁਰੰਤ ਤਾਜ ਨੂੰ ਫੋਨ ਲਾਇਆ। ਤਾਜ ਯਾਰ, ਅੱਜ ਤਾਂ ਬਹੁਤ ਗੜਬੜ ਹੋ ਗਈ। ਮੇਰੀ ਬੁੱਢੀ ਸੱਸ ਨੇ ਲੁੱਕ ਕੇ ਸਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਹਨ। ਓਹੋ ਪ੍ਰੀਤ, ਇਹ ਤਾਂ ਬਹੁਤ ਗਲਤ ਹੋਇਆ। ਉਸਨੇ ਜੇ ਆਪਣੇ ਪੁੱਤਰ ਨੂੰ ਇਹ ਸਾਰੀਆਂ ਗੱਲਾਂ ਦੱਸ ਦਿੱਤੀਆਂ ਤਾਂ ਤੇਰਾ ਪਤੀ ਤਾਂ ਤੈਨੂੰ ਸੂਲੀ ਤੇ ਲਟਕਾ ਦੇਵੇਗਾ। ਤਾਜ ਨੇ ਘਬਰਾਉਂਦੇ ਹੋਏ ਕਿਹਾ। ਹੁਣ ਕੀ ਕਰੀਏ ਤਾਜ, ਪਲੀਜ਼ ਦੱਸ ਮੈਨੂੰ, ਮੈਂ ਕੀ ਕਰਾਂ? ਪ੍ਰੀਤ ਨੇ ਵੀ ਘਬਰਾਉਂਦੇ ਹੋਏ ਪੁੱਛਿਆ। ਇਸ ਦਾ ਇੱਕ ਹੀ ਰਾਹ ਹੈ। ਇਸ ਤੋਂ ਪਹਿਲਾਂ ਕਿ ਇਹ ਆਪਣੇ ਪੁੱਤਰ ਨੂੰ ਕੁਝ ਦੱਸੇ, ਕਿਉਂ ਨਾ ਆਪਾਂ ਇਸ ਨੂੰ ਹਟਾ ਦਈਏ। ਕੀ ਮਤਲਬ ਆ ਤੇਰਾ ਤਾਜ? ਮੈਂ ਸਮਝੀ ਨਹੀਂ। ਓਏ, ਮੇਰਾ ਮਤਲਬ ਇਹ ਆ ਕਿ ਇਸ ਦਾ ਕੰਡਾ ਕੱਢ ਦਿੰਦੇ ਹਾਂ। ਬੋਲ, ਤੂੰ ਕੀ ਕਹਿੰਦੀ ਆ? ਕੀ ਇਸ ਤਰ੍ਹਾਂ ਹੋ ਸਕਦਾ? ਪ੍ਰੀਤ ਨੇ ਪੁੱਛਿਆ। ਹਾਂ, ਕਿਉਂ ਨਹੀਂ ਹੋ ਸਕਦਾ? ਬੁੱਢੀ ਹੱਡੀ ਤਾਂ ਹੈ, ਗਲੇ ਤੇ ਹੱਥ ਰੱਖੀ ਤੇ ਮਰ ਜਾਵੇਗੀ। ਵੈਸੇ ਵੀ ਹੁਣ ਬੁੱਢੀ ਦੇ ਕਿੰਨੇ ਕੁ ਦਿਨ ਬਚੇ ਹਨ। ਜੇ ਮਰ ਵੀ ਗਈ ਤਾਂ ਕਿਹੜੀ ਆਫਤ ਆ ਜਾਵੇਗੀ? ਪਰ ਤਾਜ, ਅਸੀਂ ਬੁੜੀ ਨੂੰ ਘਰ ਵਿੱਚ ਮਾਰਨ ਦਾ ਰਿਸਕ ਨਹੀਂ ਲੈ ਸਕਦੇ। ਕੋਈ ਅਜਿਹਾ ਜੁਗਾੜ ਸੋਚ ਕਿ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ, ਪ੍ਰੀਤ ਨੇ ਤਾਜ ਨੂੰ ਕਿਹਾ। ਉਹ ਪ੍ਰੀਤ, ਤੂੰ ਚਿੰਤਾ ਨਾ ਕਰ, ਇਸ ਦਾ ਹੱਲ ਵੀ ਹੈ ਮੇਰੇ ਕੋਲ। ਉਹ ਸਭ ਆਪਾਂ ਮਿਲ ਕੇ ਸਕੂਲ ਵਿੱਚ ਡਿਸਕਸ ਕਰਦੇ ਹਾਂ, ਤਾਜ ਨੇ ਪ੍ਰੀਤ ਨੂੰ ਸਮਝਾਉਂਦੇ ਹੋਏ ਕਿਹਾ। ਉਧਰ ਰੇਸ਼ਮ ਨੂੰ ਹੁਣ ਨੀਂਦ ਕਿੱਥੇ ਆਉਣ ਵਾਲੀ ਸੀ। ਸਾਰੀ ਰਾਤ ਉਸ ਨੂੰ ਆਪਣੇ ਪੁੱਤ ਤੇ ਪੋਤੇ ਦੇ ਤੇ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ। ਰੇਸ਼ਮ ਕੌਰ ਦਾ ਦਿਨ ਵੀ ਕਸ਼ਮਕਸ਼ ਵਿੱਚ ਨਿਕਲ ਗਿਆ ਕਿ ਆਪਣੇ ਵੰਸ਼ ਦੀ ਰੱਖਿਆ ਕਿਵੇਂ ਕੀਤੀ ਜਾਵੇ। ਸ਼ਾਮ ਹੋ ਚੁੱਕੀ ਸੀ। ਰੋਜ਼ ਦੇ ਆਪਣੇ ਸਾਰੇ ਕੰਮ ਕਰਕੇ ਰੇਸ਼ਮ ਕੌਰ ਬਾਜ਼ਾਰ ਚਲੀ ਗਈ। ਦੂਜੇ ਪਾਸੇ ਤਾਜ ਤੇ ਪ੍ਰੀਤ ਰੇਸ਼ਮ ਕੌਰ ਦੇ ਕਤਲ ਦੀ ਸਾਰੀ ਪਲੈਨਿੰਗ ਕਰ ਚੁੱਕੇ ਸਨ। ਉਹਨਾਂ ਨੂੰ ਤਾਂ ਬਸ ਰੇਸ਼ਮ ਕੌਰ ਦੇ ਬਾਜ਼ਾਰ ਤੋਂ ਵਾਪਸ ਆਉਣ ਦਾ ਇੰਤਜ਼ਾਰ ਸੀ। ਜਦੋਂ ਰੇਸ਼ਮ ਕੌਰ ਸਮਾਨ ਖਰੀਦ ਕੇ ਘਰ ਵੱਲ ਚੱਲੀ, ਅਚਾਨਕ ਉਸਨੇ ਆਪਣੇ ਪਿੱਛੇ ਕਿਸੇ ਦੀ ਪੈੜ ਚਾਲ ਸੁਣੀ। ਪਿੱਛੇ ਮੁੜ ਕੇ ਦੇਖਿਆ ਤਾਂ ਕੋਈ ਨਹੀਂ ਸੀ। ਰੇਸ਼ਮ ਕੌਰ ਨੇ ਆਪਣੇ ਮਨ ਦਾ ਸ਼ੰਕਾ ਸਮਝ ਕੇ ਦੁਬਾਰਾ ਚੱਲਣਾ ਸ਼ੁਰੂ ਕੀਤਾ। ਅਚਾਨਕ ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਜਦੋਂ ਉਸਦੀਆਂ ਥੋੜੀਆਂ ਅੱਖਾਂ ਖੁੱਲੀਆਂ ਤਾਂ ਉਸਨੇ ਆਪਣੇ ਆਪ ਨੂੰ ਇੱਕ ਕਾਰ ਵਿੱਚ ਦੇਖਿਆ ਜੋ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਸੀ। ਉਹ ਆਪਣੇ ਹੋਸ਼ ਵਿੱਚ ਤਾਂ ਨਹੀਂ ਸੀ, ਪਰ ਉਸਨੇ ਆਪਣੇ ਕੰਨਾਂ ਨਾਲ ਕਿਸੇ ਦੀਆਂ ਗੱਲਾਂ ਹੌਲੀ-ਹੌਲੀ ਆਵਾਜ਼ ਵਿੱਚ ਸੁਣ ਲਈਆਂ ਸਨ। ਯਾਰ ਤਾਜ, ਇਹ ਬੁੱਢੀ ਮਰ ਤਾਂ ਜਾਵੇਗੀ? ਪ੍ਰੀਤ ਨੇ ਘਬਰਾਉਂਦੇ ਹੋਏ ਤਾਜ ਤੋਂ ਪੁੱਛਿਆ। ਉਹ ਬੁੱਢੀ ਹੱਡੀ ਆ, ਇਹਨੂੰ ਕਿਹੜਾ ਤੈਰਨਾ ਆਉਂਦਾ? ਬਚਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਤਾਜ ਨੇ ਕਹਿੰਦੇ ਹੋਏ ਤੇਜ਼ ਰਫ਼ਤਾਰ ਗੱਡੀ ਦੇ ਬ੍ਰੇਕ ਲਗਾ ਦਿੱਤੇ। ਪ੍ਰੀਤ ਤੇ ਤਾਜ ਦੋਨੋਂ ਗੱਡੀ 'ਚੋਂ ਬਾਹਰ ਉਤਰੇ ਤੇ ਇੱਧਰ-ਉੱਧਰ ਦਾ ਜਾਇਜ਼ਾ ਲੈਣ ਲੱਗੇ। ਰੇਸ਼ਮ ਕੌਰ ਅੱਧ-ਮਰੀ ਹਾਲਤ ਵਿੱਚ ਸੀ। ਇਸ ਤੋਂ ਪਹਿਲਾਂ ਕਿ ਉਹ ਪੂਰੇ ਹੋਸ਼ ਵਿੱਚ ਆਉਂਦੀ, ਦੋਨਾਂ ਨੇ ਉਸਦੇ ਹੱਥ ਪੈਰ ਫੜ ਕੇ ਨਹਿਰ ਦੇ ਪੁਲ ਤੋਂ ਧੱਕਾ ਦੇ ਦਿੱਤਾ। ਪ੍ਰੀਤ ਤੇ ਤਾਜ ਦੋਨੋਂ ਪਹਿਲਾਂ ਹੀ ਡਰੇ ਹੋਏ ਸੀ। ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਕੋਈ ਦੇਖਦਾ, ਫੁੱਲ ਸਪੀਡ ਤੇ ਗੱਡੀ ਭਜਾ ਕੇ ਉੱਥੋਂ ਚਲੇ ਗਏ। ਉੱਧਰ ਰੇਸ਼ਮ ਕੌਰ ਨੂੰ ਪਾਣੀ ਵਿੱਚ ਡਿੱਗਦੇ ਹੀ ਹੋਸ਼ ਆਇਆ ਤਾਂ ਉਹ ਆਪਣੀ ਜਾਨ ਬਚਾਉਣ ਲਈ ਹੱਥ ਪੈਰ ਮਾਰਨ ਲੱਗੀ, ਪਰੰਤੂ ਉਸਦੇ ਮੂੰਹ ਵਿੱਚੋਂ ਆਵਾਜ਼ ਨਿਕਲ ਨਹੀਂ ਸੀ ਰਹੀ। ਉੱਥੇ ਕਿਨਾਰੇ ਤੇ ਬੈਠੇ ਇੱਕ ਮੁੰਡੇ ਨੇ ਜਦੋਂ ਦੇਖਿਆ ਕਿ ਸਾਹਮਣੇ ਕੋਈ ਡੁੱਬ ਰਿਹਾ ਹੈ ਤਾਂ ਉਸਨੇ ਤੁਰੰਤ ਪਾਣੀ ਵਿੱਚ ਛਾਲ ਮਾਰ ਕੇ ਰੇਸ਼ਮ ਕੌਰ ਨੂੰ ਬਚਾ ਕੇ ਕਿਨਾਰੇ ਤੇ ਕੱਢ ਲਿਆਂਦਾ। ਰੇਸ਼ਮ ਕੌਰ ਅੱਧਮਰੀ ਹਾਲਤ ਵਿੱਚ ਸੀ, ਪੇਟ ਪਾਣੀ ਨਾਲ ਭਰ ਚੁੱਕਿਆ ਸੀ। ਉਸ ਮੁੰਡੇ ਨੇ ਉਸਦੇ ਪੇਟ ਦਾ ਪਾਣੀ ਬਾਹਰ ਕੱਢਿਆ, ਉਸਦੇ ਹੱਥਾਂ ਦੀ ਮਾਲਿਸ਼ ਕੀਤੀ ਤਾਂ ਜਾ ਕੇ ਉਸਨੂੰ ਥੋੜਾ ਜਿਹਾ ਹੋਸ਼ ਆਇਆ, ਪਰ ਉਹ ਬਹੁਤ ਜ਼ਿਆਦਾ ਡਰੀ ਹੋਈ ਸੀ ਤੇ ਉੱਚੀ-ਉੱਚੀ ਰੋਈ ਜਾ ਰਹੀ ਸੀ। ਉਸਦੀ ਹਾਲਤ ਕਿਸੇ ਪਾਗਲ ਇਨਸਾਨ ਵਰਗੀ ਹੋ ਗਈ ਸੀ। ਬੁੱਲ੍ਹ ਨੀਲੇ ਹੋ ਚੁੱਕੇ ਸਨ। ਡਰੀ ਸਹਿਮੀ ਰੇਸ਼ਮ ਕੌਰ ਦਾ ਸਰੀਰ ਥਰ-ਥਰ ਕੰਬ ਰਿਹਾ ਸੀ। ਉਸਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਸੀ। ਉਹ ਲੜਕਾ ਗੁਰਜੀਤ ਉਸਨੂੰ ਲਗਾਤਾਰ ਮਾਲਿਸ਼ ਕਰ ਰਿਹਾ ਸੀ ਤੇ ਉਸਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਮੁੰਡੇ ਗੁਰਜੀਤ ਨੇ ਜਿਵੇਂ ਹੀ ਰੇਸ਼ਮ ਕੌਰ ਜੀ ਨੂੰ ਪੁੱਛਿਆ ਕਿ ਮਾਂ ਜੀ, ਤੁਸੀਂ ਨਹਿਰ ਵਿੱਚ ਕਿਵੇਂ ਡਿੱਗੇ, ਤਾਂ ਰੇਸ਼ਮ ਕੌਰ ਫਿਰ ਬੇਹੋਸ਼ ਜਿਹੀ ਹੋਣ ਲੱਗੀ। ਗੁਰਜੀਤ ਨੇ ਉਹਨਾਂ ਤੋਂ ਫਿਰ ਬਿਨਾਂ ਕੁਝ ਪੁੱਛੇ ਫਟਾਫਟ ਉਸਨੂੰ ਆਪਣੇ ਘਰ ਲਿਆਂਦਾ ਤੇ ਲਿਆ ਕੇ ਬੈੱਡ ਤੇ ਪਾ ਦਿੱਤਾ। ਲਗਾਤਾਰ ਉਸਦੇ ਹੱਥਾਂ ਪੈਰਾਂ ਦੀ ਮਾਲਿਸ਼ ਕਰਦਾ ਰਿਹਾ। ਰੇਸ਼ਮ ਕੌਰ ਦੀ ਮਾਲਿਸ਼ ਕਰਦਿਆਂ ਗੁਰਜੀਤ ਨੇ ਫਿਰ ਪੁੱਛਿਆ, ਮਾਂ ਜੀ, ਕੀ ਤੁਸੀਂ ਠੀਕ ਹੋ? ਉਸਦੇ ਤਾਂ ਜਿਵੇਂ ਬੁੱਲ੍ਹ ਹੀ ਸਿਉਂਤੇ ਗਏ ਹੋਣ। ਅਜੇ ਵੀ ਪੂਰਾ ਸਰੀਰ ਕੰਬ ਰਿਹਾ ਸੀ
ਤੇ ਉਹ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਮਾਂ ਜੀ, ਸਭ ਤੋਂ ਪਹਿਲਾਂ ਤੁਸੀਂ ਕੱਪੜੇ ਬਦਲ ਲਓ, ਉਦੋਂ ਤੱਕ ਮੈਂ ਗਰਮ-ਗਰਮ ਚਾਹ ਬਣਾ ਕੇ ਲਿਆਉਂਦਾ ਹਾਂ। ਗੁਰਜੀਤ ਨੇ ਆਪਣੀ ਮਾਂ ਦੇ ਕੱਪੜੇ ਰੇਸ਼ਮ ਕੌਰ ਨੂੰ ਦਿੰਦੇ ਹੋਏ ਕਿਹਾ। ਉਹ ਇਸ ਘਰ ਵਿੱਚ ਇਕੱਲਾ ਰਹਿੰਦਾ ਸੀ। ਉਸਦੇ ਮਾਂ-ਬਾਪ ਦੀ ਮੌਤ ਹੋ ਚੁੱਕੀ ਸੀ। ਹੁਣ ਉਹ ਘਰੇ ਹੀ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਉਂਦਾ ਸੀ, ਜਿਸ ਤੋਂ ਉਸ ਨੂੰ ਚੰਗੀ ਆਮਦਨ ਹੋ ਜਾਂਦੀ ਸੀ। ਸ਼ਾਮ ਦਾ ਸਮਾਂ ਉਹ ਨਹਿਰ 'ਤੇ ਸੈਰ ਕਰਕੇ ਬਿਤਾਉਂਦਾ ਸੀ। ਅੱਜ ਵੀ ਉਹ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾ ਕੇ ਆਪਣੇ ਲਈ ਖਾਣਾ ਬਣਾ ਕੇ ਰੋਜ਼ ਵਾਂਗ ਨਹਿਰ ਦੇ ਕਿਨਾਰੇ ਠੰਡੀ ਹਵਾ ਦਾ ਆਨੰਦ ਲੈ ਰਿਹਾ ਸੀ। ਮਾਂ ਜੀ, ਹੁਣ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ? ਕਿ ਮੈਂ ਡਾਕਟਰ ਨੂੰ ਬੁਲਾਵਾਂ? ਗੁਰਜੀਤ ਨੇ ਰੇਸ਼ਮ ਕੌਰ ਨੂੰ ਚਾਹ ਦਾ ਕੱਪ ਫੜਾਉਂਦੇ ਹੋਏ ਕਿਹਾ। ਨਹੀਂ ਪੁੱਤ, ਮੈਂ ਠੀਕ ਹਾਂ, ਰੇਸ਼ਮ ਕੌਰ ਨੇ ਹੌਲੀ ਜਿਹੀ ਡਰਦੀ ਆਵਾਜ਼ ਵਿੱਚ ਕਿਹਾ। ਮਾਂ ਜੀ, ਤੁਸੀਂ ਕੌਣ ਹੋ ਤੇ ਨਹਿਰ ਵਿੱਚ ਕਿਵੇਂ ਡਿੱਗ ਪਏ? ਗੁਰਜੀਤ ਨੇ ਹੈਰਾਨ ਹੋ ਕੇ ਰੇਸ਼ਮ ਕੌਰ ਤੋਂ ਸਾਰੇ ਸਵਾਲ ਕੀਤੇ। ਰੇਸ਼ਮ ਕੌਰ ਰੋਣ ਲੱਗੀ। ਗੁਰਜੀਤ ਨੇ ਰੇਸ਼ਮ ਕੌਰ ਨੂੰ ਹੌਸਲਾ ਦਿੱਤਾ, ਚੁੱਪ ਕਰਾਇਆ ਤੇ ਕਿਹਾ, ਮਾਂ ਜੀ ਤੁਸੀਂ ਰੋਵੋ ਨਾ, ਤੁਸੀਂ ਅਜੇ ਆਰਾਮ ਕਰੋ, ਥੋੜਾ ਜਿਹਾ ਖਾਣਾ ਵੀ ਖਾ ਲਵੋ, ਆਪਾਂ ਕੱਲ ਗੱਲ ਕਰ ਲਵਾਂਗੇ। ਗੁਰਜੀਤ ਨੇ ਉਸਨੂੰ ਥੋੜਾ ਜਿਹਾ ਖਾਣਾ ਖਵਾਇਆ ਤੇ ਸਵਾ ਦਿੱਤਾ। ਅਗਲੇ ਦਿਨ ਜਦੋਂ ਰੇਸ਼ਮ ਕੌਰ ਉੱਠੀ ਤਾਂ ਉਹ ਫਿਰ ਉੱਚੀ-ਉੱਚੀ ਰੋਣ ਲੱਗੀ। ਉਸਦੇ ਦਿਲ ਤੇ ਦਿਮਾਗ ਤੇ ਇੱਕ ਤਰ੍ਹਾਂ ਦਾ ਸਦਮਾ ਲੱਗਾ ਸੀ। ਗੁਰਜੀਤ ਨੇ ਫਿਰ ਉਸਨੂੰ ਤਸੱਲੀ ਦਿੱਤੀ ਤੇ ਕਿਹਾ ਕਿ ਤੁਸੀਂ ਡਰੋ ਨਾ, ਮੈਨੂੰ ਸਭ ਕੁਝ ਦੱਸੋ ਕਿ ਤੁਹਾਡੇ ਨਾਲ ਕੀ ਹੋਇਆ ਹੈ, ਤਾਂ ਕਿ ਮੈਂ ਤੁਹਾਡੀ ਮਦਦ ਕਰ ਸਕਾਂ। ਮੈਂ ਤੁਹਾਡੇ ਪੁੱਤਰ ਵਾਂਗ ਹਾਂ, ਕਿਰਪਾ ਕਰਕੇ ਮੈਨੂੰ ਬੇਝਿਜਕ ਹੋ ਕੇ ਸਾਰਾ ਕੁਝ ਦੱਸੋ। ਪੁੱਤ, ਮੇਰਾ ਨਾਮ ਰੇਸ਼ਮ ਕੌਰ ਆ। ਮੈਂ ਨੇੜੇ ਦੇ ਪਿੰਡ ਦੀ ਰਹਿਣ ਵਾਲੀ ਹਾਂ। ਮੇਰੇ ਪਿਤਾ ਫੌਜ ਵਿੱਚ ਕਰਨਲ ਸੀ। ਮੈਂ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸੀ ਤੇ ਲਾਡਲੀ ਵੀ ਬਹੁਤ ਸੀ। ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਮੇਰੀ ਛੋਟੀ ਤੋਂ ਛੋਟੀ ਇੱਛਾ ਵੀ ਉਹਨਾਂ ਲਈ ਬਹੁਤ ਮਾਇਨੇ ਰੱਖਦੀ ਸੀ। ਪਿਤਾ ਜੀ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਮੇਰੇ ਮਾਤਾ ਨੇ ਮੇਰਾ ਵਿਆਹ ਪਿਤਾ ਜੀ ਦੇ ਦੋਸਤ ਦੇ ਬੇਟੇ ਸੁਰਿੰਦਰ ਨਾਲ ਕਰ ਦਿੱਤਾ। ਸੁਰਿੰਦਰ ਦੀ ਬੈਂਕ ਵਿੱਚ ਪ੍ਰਾਈਵੇਟ ਨੌਕਰੀ ਸੀ। ਉਹ ਬਹੁਤ ਹੀ ਨਰਮ ਸੁਭਾਅ ਵਾਲਾ ਵਿਅਕਤੀ ਸੀ। ਸਾਰੇ ਉਸ ਦਾ ਬਹੁਤ ਆਦਰ ਕਰਦੇ ਸਨ। ਸੁਰਿੰਦਰ ਜੀ ਨੇ ਮੈਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ। ਪੂਰੇ 2 ਸਾਲ ਬਾਅਦ ਮੇਰੇ ਵਿਹੜੇ ਵਿੱਚ ਇੱਕ ਛੋਟਾ ਜਿਹਾ ਫੁੱਲ ਖਿੜਿਆ, ਮੇਰਾ ਪੁੱਤਰ ਰਣਜੋਤ। ਅਸੀਂ ਸਾਰੇ ਬਹੁਤ ਖੁਸ਼ ਸੀ। ਪਰੰਤੂ ਮੇਰੇ ਸੱਸ ਸਹੁਰੇ ਦੀ ਇੱਕ ਤੀਰਥ ਯਾਤਰਾ ਤੇ ਜਾਂਦੇ ਸਮੇਂ ਕਾਰ ਦੁਰਘਟਨਾ ਵਿੱਚ ਮੌਤ ਉਪਰੰਤ ਮੇਰੇ ਪਤੀ ਬਹੁਤ ਦੁਖੀ ਤੇ ਉਦਾਸ ਰਹਿਣ ਲੱਗੇ। ਫਿਰ ਪਤਾ ਨਹੀਂ ਕਿਹੜੀ ਮਨਹੂਸ ਘੜੀ ਵਿੱਚ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਰਹਿਣ ਲੱਗਿਆ। ਮੈਨੂੰ ਗਾਲਾਂ ਕੱਢਣੀਆਂ ਉਸ ਲਈ ਇੱਕ ਆਮ ਗੱਲ ਹੋ ਗਈ ਸੀ। ਗਾਲਾਂ ਤਾਂ ਛੱਡੋ, ਹੁਣ ਤਾਂ ਉਸਨੇ ਮਾਰ-ਕੁੱਟ ਵੀ ਸ਼ੁਰੂ ਕਰ ਦਿੱਤੀ ਸੀ। ਜਿਵੇਂ ਤਿਵੇਂ ਕਰਕੇ ਥੋੜੇ ਪੈਸੇ ਜਮ੍ਹਾਂ ਕਰਕੇ ਮੈਂ ਮਸ਼ੀਨ ਖਰੀਦੀ। ਮੈਂ ਇੱਕ ਜੂਸ ਵਾਲੀ ਮਸ਼ੀਨ ਖਰੀਦੀ ਸੀ ਤੇ ਜੂਸ ਵੇਚਣ ਦਾ ਕੰਮ ਸ਼ੁਰੂ ਕੀਤਾ। ਮੈਂ ਦਿਨ ਰਾਤ ਮਿਹਨਤ ਕਰਦੀ ਤੇ ਜੂਸ ਵੇਚ ਕੇ ਜੋ ਵੀ ਪੈਸੇ ਆਉਂਦੇ ਮੈਂ ਉਹਨਾਂ ਨਾਲ ਹੀ ਘਰ ਦਾ ਗੁਜ਼ਾਰਾ ਕਰਦੀ। ਆਪਣੇ ਬੇਟੇ ਦੀ ਸਕੂਲ ਦੀ ਫੀਸ ਵੀ ਭਰਦੀ। ਸ਼ਰਾਬ ਦੀ ਲੱਤ ਨੇ ਸੁਰਿੰਦਰ ਨੂੰ ਅਜਿਹਾ ਬਣਾ ਦਿੱਤਾ ਜਿਹੋ ਜਿਹਾ ਉਹ ਪਹਿਲਾਂ ਕਦੇ ਵੀ ਨਹੀਂ ਸੀ। ਜੂਸ ਵੇਚ ਕੇ ਕਮਾਈ ਹੋਏ ਪੈਸੇ ਵੀ ਉਹ ਖੋਹ ਲਿਆ ਕਰਦਾ ਸੀ। ਇਸ ਲਈ ਮੈਨੂੰ ਪੈਸੇ ਲੁਕੋ ਕੇ ਰੱਖਣੇ ਪੈਂਦੇ ਸੀ। ਮੇਰਾ ਪਿਆਰਾ ਪੁੱਤਰ ਰਣਜੋਤ ਵੀ ਉਸ ਸਮੇਂ ਤੱਕ 10 ਸਾਲ ਦਾ ਸੀ। ਉਹ ਬਚਪਨ ਤੋਂ ਹੀ ਬਹੁਤ ਬੁੱਧੀਮਾਨ ਤੇ ਨਿਮਰਤਾ ਵਾਲਾ ਸੀ। ਮੈਨੂੰ ਬਹੁਤ ਪਿਆਰ ਕਰਦਾ। ਜਦੋਂ ਸੁਰਿੰਦਰ ਨੇ ਮੇਰੇ ਤੇ ਹੱਥ ਚੱਕਣਾ ਤਾਂ ਉਸਨੇ ਆਪਣੇ ਪਿਓ ਦਾ ਵਿਰੋਧ ਕਰਨਾ ਤੇ ਮੇਰੇ ਸਾਹਮਣੇ ਅੜ ਕੇ ਖੜੇ ਹੋ ਜਾਣਾ। ਕਦੇ-ਕਦੇ ਉਹ ਮੇਰੇ ਹਿੱਸੇ ਦੀ ਮਾਰ ਵੀ ਖੁਦ ਹੀ ਖਾ ਲੈਂਦਾ ਸੀ। ਉਹ ਆਪਣੇ ਪਿਤਾ ਨੂੰ ਵੀ ਸਮਝਾਉਂਦਾ। ਹੁਣ ਸੁਰਿੰਦਰ ਦੀ ਤਬੀਅਤ ਦਿਨ-ਬ-ਦਿਨ ਵਿਗੜਨ ਲੱਗੀ। ਕਈ ਬਿਮਾਰੀਆਂ ਨੇ ਉਸਨੂੰ ਘੇਰ ਲਿਆ। ਟੀਵੀ ਦੇ ਨਾਲ-ਨਾਲ ਲੀਵਰ ਤੇ ਸ਼ਰਾਬ ਦਾ ਵੀ ਬੁਰਾ ਅਸਰ ਪੈਣ ਲੱਗਿਆ ਸੀ। ਲੀਵਰ ਖਰਾਬ ਹੋਣ ਕਾਰਨ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਸ ਦੀ ਮੌਤ ਦਾ ਮੈਨੂੰ ਬਹੁਤ ਸਦਮਾ ਲੱਗਾ। ਮੈਂ ਤਾਂ ਜਿਵੇਂ ਟੁੱਟ ਹੀ ਗਈ ਸੀ। ਪਤੀ ਹੀ ਹੁੰਦਾ ਹੈ। ਉਸ ਦਾ ਨਾਮ ਹੀ ਮੇਰੇ ਲਈ ਇੱਕ ਸਹਾਰਾ ਸੀ। ਮੰਨਦੀ ਹਾਂ ਕਿ ਉਸ ਦੇ ਜਿਉਂਦੇ ਰਹਿਣ ਤੇ ਉਸ ਦੀ ਵਜ੍ਹਾ ਨਾਲ ਮੈਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ, ਪਰ ਉਸ ਦੇ ਜਾਣ ਤੋਂ ਬਾਅਦ ਵੀ ਮੇਰੀਆਂ ਮੁਸ਼ਕਲਾਂ ਕਿਹੜਾ ਘਟ ਗਈਆਂ ਸੀ। ਇੱਕ ਇਕੱਲੀ ਔਰਤ ਦੇ ਲਈ ਆਪਣੇ ਬੱਚੇ ਨੂੰ ਪਾਲਣਾ ਬਹੁਤ ਔਖਾ ਹੁੰਦਾ। ਤਾਂ ਮੈਂ ਹੋਰ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਮੇਰੇ ਤੇ ਮੇਰੇ ਬੱਚੇ ਦੀ ਜ਼ਿੰਮੇਵਾਰੀ ਸੀ। ਉਸ ਨੂੰ ਪੜ੍ਹਾ ਲਿਖਾ ਕੇ ਕਿਸੇ ਕਾਬਿਲ ਬਣਾਉਣਾ ਸੀ। ਉਸ ਨੂੰ ਉੱਚੀ ਸਿੱਖਿਆ ਦਿਵਾਉਣ ਲਈ ਮੈਨੂੰ ਜ਼ਿਆਦਾ ਪੈਸਿਆਂ ਦੀ ਲੋੜ ਸੀ। ਇਸ ਲਈ ਮੈਂ ਆਪਣਾ ਜੂਸ ਦਾ ਕੰਮ ਵਧਾਉਣਾ ਸ਼ੁਰੂ ਕੀਤਾ। ਦੇਖਦੇ ਹੀ ਦੇਖਦੇ ਹੋਰ ਮਸ਼ੀਨਾਂ ਲਾ ਲਈਆਂ। 2-3 ਲੋਕਾਂ ਨੂੰ ਕੰਮ ਤੇ ਵੀ ਰੱਖ ਲਿਆ। ਪੈਸੇ ਜਮ੍ਹਾਂ ਕਰਕੇ ਬੜੀਆਂ ਮੁਸ਼ਕਲਾਂ ਨਾਲ ਮੈਂ ਆਪਣੇ ਪੁੱਤਰ ਨੂੰ ਪੜ੍ਹਨ ਲਈ ਦਿੱਲੀ ਭੇਜ ਦਿੱਤਾ, ਜਿੱਥੇ ਉਸਨੇ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਕੀਤੀ। ਮੈਂ ਤੇ ਮੇਰੇ ਪੁੱਤ ਨੇ ਜੋ ਮਿਹਨਤ ਕੀਤੀ ਸੀ, ਰੱਬ ਨੇ ਸਾਨੂੰ ਉਸ ਦਾ ਫਲ ਦੇ ਦਿੱਤਾ ਸੀ।
ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਦਿੱਲੀ ਵਿੱਚ ਹੀ ਇੱਕ ਚੰਗੀ ਕੰਪਨੀ ਵਿੱਚ ਬਹੁਤ ਵਧੀਆ ਨੌਕਰੀ ਮਿਲ ਗਈ ਸੀ। ਇੱਕ ਦਿਨ ਮੇਰਾ ਪੁੱਤ ਕਹਿੰਦਾ ਕਿ ਮੰਮੀ, ਤੁਸੀਂ ਆਪਣਾ ਸਾਰਾ ਜੀਵਨ ਔਕੜਾਂ ਵਿੱਚ ਹੀ ਬਿਤਾਇਆ, ਹੁਣ ਰੱਬ ਦੀ ਮਿਹਰ ਨਾਲ ਮੈਨੂੰ ਚੰਗੀ ਨੌਕਰੀ ਮਿਲ ਗਈ ਹੈ, ਤੁਸੀਂ ਹੁਣ ਜੂਸ ਦਾ ਕੰਮ ਛੱਡ ਦਿਓ, ਹੁਣ ਤੁਸੀਂ ਘਰੇ ਹੀ ਰਹੋ। ਵੈਸੇ ਵੀ ਇਸ ਉਮਰ ਵਿੱਚ ਹੁਣ ਤੁਹਾਨੂੰ ਆਰਾਮ ਦੀ ਹੀ ਜ਼ਰੂਰਤ ਆ। ਪੁੱਤ ਦੀ ਗੱਲ ਮੰਨ ਕੇ ਮੈਂ ਵੀ ਕੰਮ ਕਰਨਾ ਛੱਡ ਦਿੱਤਾ ਤੇ ਹੁਣ ਘਰੇ ਹੀ ਸਮਾਂ ਬਤੀਤ ਕਰਨ ਲੱਗੀ। ਪਰ ਇਕੱਲੇ ਹੋਣ ਕਾਰਨ ਮੇਰਾ ਘਰੇ ਮਨ ਨਹੀਂ ਸੀ ਲੱਗਦਾ। ਕਦੇ ਸੁਰਿੰਦਰ ਜੀ ਦੀ ਯਾਦ ਮੈਨੂੰ ਘੇਰ ਲੈਂਦੀ ਤੇ ਕਦੇ ਰਣਜੋਤ ਦੀ। ਇਸ ਲਈ ਮੈਂ ਸੋਚਿਆ ਕਿ ਚੰਗੀ ਨੌਕਰੀ ਵੀ ਲੱਗ ਗਈ ਹੈ ਤੇ ਸਾਡੇ ਘਰ ਦੀ ਹਾਲਤ ਵੀ ਸੁਧਰ ਚੁੱਕੀ ਹੈ, ਕਿਉਂ ਨਾ ਰਣਜੋਤ ਦਾ ਵਿਆਹ ਕਰ ਦਿੱਤਾ ਜਾਵੇ। ਨੂੰਹ ਘਰੇ ਆਵੇਗੀ ਤਾਂ ਘਰ ਵਿੱਚ ਕਿੰਨੀ ਰੌਣਕ ਹੋ ਜਾਵੇਗੀ, ਫਿਰ ਪੁੱਤਾ ਪੋਤੀ ਹੋਣਗੇ ਤੇ ਰੌਣਕ ਹੋਰ ਵੀ ਵੱਧ ਜਾਵੇਗੀ। ਇਹੀ ਸੋਚ ਕੇ ਮੈਂ ਰਣਜੋਤ ਲਈ ਕੁੜੀ ਦੇਖਣੀ ਸ਼ੁਰੂ ਕੀਤੀ। ਮੈਨੂੰ ਚੰਡੀਗੜ੍ਹ ਦੀ ਇੱਕ ਮਨਪ੍ਰੀਤ ਨਾਮ ਦੀ ਕੁੜੀ ਰਣਜੋਤ ਲਈ ਪਸੰਦ ਆ ਗਈ। ਕੁੜੀ ਬੜੀ ਸੁਸ਼ੀਲ ਤੇ ਚੰਗੇ ਸੰਸਕਾਰਾਂ ਵਾਲੀ ਦੇਖਣ ਨੂੰ ਲੱਗਦੀ ਸੀ। ਮੈਨੂੰ ਉਹ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਈ। ਮੈਂ ਉਸ ਦੀ ਤਸਵੀਰ ਰਣਜੋਤ ਨੂੰ ਭੇਜ ਕੇ ਉਸ ਦੀ ਮਰਜ਼ੀ ਜਾਣਨੀ ਚਾਹੀ ਤਾਂ ਉਸਨੇ ਇਹ ਕਹਿ ਕੇ ਹਾਂ ਕਰ ਦਿੱਤੀ ਕਿ ਮੰਮੀ, ਤੁਹਾਡੀ ਪਸੰਦ ਹੀ ਮੇਰੀ ਪਸੰਦ ਆ, ਜਿਵੇਂ ਤੁਹਾਨੂੰ ਸਹੀ ਲੱਗੇ ਉਵੇਂ ਹੀ ਕਰੋ। ਵਿਆਹ ਦੀ ਤਰੀਕ ਨਿਸ਼ਚਿਤ ਹੋ ਗਈ ਤੇ ਮੈਂ ਰਣਜੋਤ ਦਾ ਵਿਆਹ ਕਰ ਦਿੱਤਾ। ਰਣਜੋਤ ਵਿਆਹ ਤੋਂ ਬਾਅਦ 1 ਹਫ਼ਤਾ ਘਰੇ ਰਿਹਾ। ਨੂੰਹ ਦੇ ਆਉਣ ਨਾਲ ਘਰੇ ਬਹੁਤ ਰੌਣਕ ਸੀ। ਮੇਰੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਸੀ। ਰਣਜੋਤ ਨੌਕਰੀ ਨਹੀਂ ਸੀ ਛੱਡ ਸਕਦਾ, ਇਸ ਲਈ ਉਸ ਨੂੰ 1 ਹਫ਼ਤੇ ਬਾਅਦ ਹੀ ਨੌਕਰੀ ਦੀ ਵਜ੍ਹਾ ਕਰਕੇ ਵਾਪਸ ਦਿੱਲੀ ਜਾਣਾ ਪਿਆ। ਉਸ ਦੇ ਜਾਣ ਨਾਲ ਮਨ ਉਦਾਸ ਤਾਂ ਸੀ, ਪਰ ਇਹ ਸੋਚ ਕੇ ਕਿ ਹੁਣ ਤਾਂ ਨੂੰਹ ਘਰ ਵਿੱਚ ਆ ਗਈ ਹੈ ਤਾਂ ਮਨ ਦੀ ਉਦਾਸੀ ਥੋੜੀ ਘਟ ਜਾਵੇਗੀ। ਸ਼ੁਰੂ ਵਿੱਚ ਨੂੰਹ ਦਾ ਰਵੱਈਆ ਮੇਰੇ ਨਾਲ ਠੀਕ ਸੀ, ਸਭ ਕੁਝ ਵਧੀਆ ਚੱਲ ਰਿਹਾ ਸੀ। ਮੇਰੀ ਨੂੰਹ ਅਕਸਰ ਆਪਣੀ ਸਹੇਲੀ ਨੂੰ ਮਿਲਣ ਜਾਇਆ ਕਰਦੀ ਸੀ। ਸਹੇਲੀ ਦਾ ਵਿਆਹ ਵੀ ਸਾਡੇ ਕੋਲ ਹੀ ਹੋਇਆ ਸੀ। 2-3 ਗਲੀਆਂ ਛੱਡ ਕੇ ਹੀ ਉਸਦੇ ਸਹੁਰੇ ਸਨ। ਉਹ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ। ਕੁਝ ਸਮੇਂ ਬਾਅਦ ਮੇਰੀ ਨੂੰਹ ਨੇ ਵੀ ਉਸੇ ਸਕੂਲ ਵਿੱਚ ਨੌਕਰੀ ਕਰਨ ਦੀ ਗੱਲ ਕੀਤੀ ਸੀ। ਮੈਂ ਤੇ ਰਣਜੋਤ ਤਾਂ ਨਹੀਂ ਚਾਹੁੰਦੇ ਸੀ ਕਿ ਉਹ ਨੌਕਰੀ ਕਰੇ, ਕਿਉਂਕਿ ਰੱਬ ਦਾ ਦਿੱਤਾ ਸਭ ਕੁਝ ਸੀ। ਪਰ ਜਦੋਂ ਨੂੰਹ ਨੇ ਜ਼ਿਆਦਾ ਜਿੱਦ ਕੀਤੀ ਤਾਂ ਮੈਂ ਇਹ ਸੋਚਿਆ ਕਿ ਮੈਂ ਤਾਂ ਹੁਣ ਬੁੱਢੀ ਹੋ ਚੱਲੀ ਹਾਂ, ਮੈਂ ਤਾਂ ਆਪਣੀ ਜ਼ਿੰਦਗੀ ਜਿਉਣ ਲਈ ਆ, ਹੁਣ ਬੱਚਿਆਂ ਨੂੰ ਵੀ ਉਹਨਾਂ ਦੇ ਅਨੁਸਾਰ ਜ਼ਿੰਦਗੀ ਜਿਉਣ ਦੇਣੀ ਚਾਹੀਦੀ ਆ। ਪਰੰਤੂ ਥੋੜੀ ਦੇਰ ਬਾਅਦ ਹੀ ਉਸ ਦਾ ਰਵੱਈਆ ਮੇਰੇ ਪ੍ਰਤੀ ਬਦਲਣ ਲੱਗਾ। ਨਾ ਹੁਣ ਉਹ ਮੇਰੇ ਕੋਲ ਬੈਠਦੀ ਤੇ ਨਾ ਹੀ ਮੇਰੇ ਨਾਲ ਗੱਲਾਂ ਕਰਦੀ ਸੀ। ਸਕੂਲੋਂ ਆਉਣ ਤੋਂ ਬਾਅਦ ਵੀ ਘੰਟਾ ਫੋਨ ਤੇ ਲੱਗੀ ਰਹਿੰਦੀ। ਮੈਂ ਪੁੱਛਦੀ ਤਾਂ ਕਦੇ ਕਹਿੰਦੀ ਮਾਂ ਦਾ ਫੋਨ ਆ, ਕਦੇ ਭੈਣ ਦਾ ਨਾਂ ਲਾ ਦਿੰਦੀ। ਹੋਰ ਤਾਂ ਹੋਰ ਉਸਨੇ ਮੇਰੀ ਬੇਇੱਜ਼ਤੀ ਵੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਹ ਮੰਮੀ ਜੀ ਕਹਿਣ ਦੀ ਬਜਾਏ ਮੈਨੂੰ ਮੇਰਾ ਨਾਂ ਲੈ ਕੇ ਬੁਲਾਉਣ ਲੱਗੀ। ਹੁਣ ਉਸ ਦਾ ਕਮਰਾ ਵੀ ਘੰਟਾ ਬੰਦ ਰਹਿੰਦਾ। ਇੱਕ ਦਿਨ ਉਸ ਦੇ ਕਮਰੇ ਵਿੱਚ ਕੁਝ ਲੈਣ ਗਈ ਤਾਂ ਮੈਨੂੰ ਉਸ ਦੀ ਅਲਮਾਰੀ ਵਿੱਚ ਸਿਗਰਟ ਦਾ ਪੈਕੇਟ ਮਿਲਿਆ। ਉਹ ਪਹਿਲਾਂ ਤੋਂ ਹੀ ਸਿਗਰਟ ਪੀਂਦੀ ਸੀ ਜਾਂ ਹੁਣ ਪੀਣੀ ਸ਼ੁਰੂ ਕੀਤੀ ਸੀ, ਇਹ ਮੈਨੂੰ ਨਹੀਂ ਪਤਾ। ਪਰ ਮੇਰੇ ਹੋਸ਼ ਤਾਂ ਉਦੋਂ ਉੱਡ ਗਏ ਜਦੋਂ ਮੈਂ ਉਸ ਨੂੰ ਕਿਸੇ ਤਾਜ ਨਾਮ ਦੇ ਅਣਜਾਣ ਮੁੰਡੇ ਨਾਲ ਗੱਲਾਂ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ। ਪਤਾ ਨਹੀਂ ਉਹ ਕਿੰਨੀ ਦੇਰ ਤੋਂ ਮੈਨੂੰ ਧੋਖਾ ਦੇ ਰਹੀ ਸੀ। ਉਸਨੇ ਮੈਨੂੰ ਬਹੁਤ ਡਰਾਇਆ ਧਮਕਾਇਆ ਤਾਂ ਕਿ ਮੈਂ ਚੁੱਪ ਰਹਾਂ। ਫਿਰ ਉਹ ਮੈਨੂੰ ਜਾਨੋਂ ਮਾਰਨ ਦਾ ਇੰਤਜ਼ਾਮ ਕਰ ਰਹੀ ਸੀ, ਇਹ ਮੈਨੂੰ ਨਹੀਂ ਸੀ ਪਤਾ। ਮੈਨੂੰ ਬਸ ਇੰਨਾ ਯਾਦ ਹੈ ਕਿ ਮੈਂ ਬਾਜ਼ਾਰ ਤੋਂ ਵਾਪਸ ਆ ਰਹੀ ਸੀ। ਉਸ ਤੋਂ ਬਾਅਦ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਘਰ ਵਿੱਚ ਸੀ। ਤਾਜ ਅਤੇ ਪ੍ਰੀਤ ਦੀਆਂ ਥੋੜੀਆਂ ਗੱਲਾਂ ਮੈਨੂੰ ਸੁਣ ਰਹੀਆਂ ਸੀ। ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਪਾਣੀ ਵਿੱਚ ਦੇਖਿਆ। ਮੈਨੂੰ ਲੱਗਾ ਜਿਵੇਂ ਮੇਰੀ ਮੌਤ ਨੇੜੇ ਹੀ ਹੈ। ਜੇਕਰ ਤੂੰ ਇੱਥੇ ਨਾ ਹੁੰਦਾ ਤਾਂ, ਇੰਨਾ ਕਹਿ ਕੇ ਰੇਸ਼ਮ ਕੌਰ ਰੋਣ ਲੱਗੀ। ਉਸੇ ਰਾਤ ਪ੍ਰੀਤ ਅਤੇ ਤਾਜ ਛੇਤੀ ਘਰ ਵਾਪਸ ਆਉਂਦੇ ਹਨ। ਪ੍ਰੀਤ ਕਾਫੀ ਡਰੀ ਹੋਈ ਸੀ, ਪਰ ਤਾਜ ਉਸ ਨੂੰ ਸਮਝਾਉਂਦਾ ਹੈ ਕਿ ਤੂੰ ਆਪਣੇ ਪਤੀ ਰਣਜੋਤ ਨੂੰ ਫੋਨ ਕਰ। ਪ੍ਰੀਤ ਆਪਣੇ ਡਰ ਤੇ ਕਾਬੂ ਪਾ ਕੇ ਰਣਜੋਤ ਨੂੰ ਫੋਨ ਕਰਨ ਲੱਗਦੀ ਹੈ ਤੇ ਕਹਿੰਦੀ ਹੈ, ਰਣਜੋਤ, ਮੰਮੀ ਜੀ ਬਾਜ਼ਾਰ ਤੋਂ ਅਜੇ ਘਰ ਵਾਪਸ ਨਹੀਂ ਆਏ। ਮੈਂ ਉੱਥੇ ਜਾ ਕੇ ਵੀ ਵੇਖ ਆਈ ਹਾਂ, ਪਰ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਚਲੇ ਗਏ। ਮੈਨੂੰ ਬਹੁਤ ਟੈਨਸ਼ਨ ਹੋ ਰਹੀ ਆ। ਰਾਤ ਵੀ ਹੋਣ ਵਾਲੀ ਆ ਤੇ ਪਤਾ ਨਹੀਂ ਮੰਮੀ ਕਿੱਥੇ ਹੋਣਗੇ। ਹੇ ਪ੍ਰਮਾਤਮਾ। ਰਣਜੋਤ ਉਸ ਦੀ ਗੱਲ ਸੁਣ ਕੇ ਹੱਕਾ ਬੱਕਾ ਰਹਿ ਜਾਂਦਾ। ਪ੍ਰੀਤ ਨੂੰ ਆਂਢੀਆਂ ਗੁਆਂਢੀਆਂ ਨੂੰ ਪੁੱਛਣ ਲਈ ਕਹਿੰਦਾ ਤਾਂ ਪ੍ਰੀਤ ਨੇ ਉਸ ਨੂੰ ਜਵਾਬ ਦਿੱਤਾ ਕਿ ਮੈਂ ਸਾਰੇ ਆਂਢੀਆਂ ਗੁਆਂਢੀਆਂ ਤੋਂ ਪੁੱਛ ਲਿਆ, ਸਭ ਜਗ੍ਹਾ ਲੱਭ ਲਿਆ, ਪਰ ਉਹ ਮੈਨੂੰ ਕਿਤੇ ਨਹੀਂ ਮਿਲੇ। ਰਣਜੋਤ, ਤੁਸੀਂ ਪਲੀਜ਼ ਛੇਤੀ ਘਰ ਆ ਜਾਓ। ਮੈਨੂੰ ਮੰਮੀ ਦੀ ਬਹੁਤ ਫਿਕਰ ਹੋ ਰਹੀ ਆ। ਅਜੀਬ ਗੱਲਾਂ ਮੇਰੇ ਮਨ ਵਿੱਚ ਆ ਰਹੀਆਂ ਨੇ। ਪ੍ਰੀਤ, ਤੂੰ ਚਿੰਤਾ ਨਾ ਕਰ,
मैं बस हुणे ही घर ਲਈ ਚੱਲਦਾ ਹਾਂ। ਮੈਨੂੰ ਘਰ ਆਉਣ ਤੱਕ ਤੂੰ ਘਰੇ ਹੀ ਰਹੀਂ ਤੇ ਦਰਵਾਜ਼ੇ ਖਿੜਕੀਆਂ ਬੰਦ ਕਰ ਲਵੀਂ। ਕੁਝ ਵੀ ਪਤਾ ਲੱਗੇ ਤਾਂ ਮੈਨੂੰ ਫੋਨ ਕਰੀਂ। ਆਪਣਾ ਤੇ ਮੁਮਤਾਜ਼ ਦਾ ਧਿਆਨ ਰੱਖੀਂ। ਇੰਨਾ ਕਹਿ ਕੇ ਰਣਜੋਤ ਫੋਨ ਰੱਖ ਕੇ ਤੁਰੰਤ ਘਰ ਲਈ ਰਵਾਨਾ ਹੋ ਗਿਆ। ਪ੍ਰੀਤ ਨੇ ਤਾਜ ਨੂੰ ਉਸਦੇ ਘਰ ਭੇਜ ਦਿੱਤਾ ਤੇ ਰਣਜੋਤ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ। ਰਣਜੋਤ ਨੂੰ ਆਉਣ ਵਿੱਚ ਕਾਫੀ ਸਮਾਂ ਲੱਗ ਗਿਆ। ਉਸਨੇ ਆਪਣੇ ਹੰਝੂ ਕਿਵੇਂ ਰੋਕੇ, ਉਸਨੇ ਇਹ ਸਫ਼ਰ ਕਿਵੇਂ ਤੈਅ ਕੀਤਾ, ਇਹ ਤਾਂ ਬਸ ਉਹ ਜਾਂ ਉਸ ਦਾ ਪਰਮਾਤਮਾ ਜਾਣਦਾ ਸੀ। ਘਰ ਆਉਂਦੇ ਹੀ ਪ੍ਰੀਤ ਉਸ ਨਾਲ ਲੱਗ ਕੇ ਉੱਚੀ ਉੱਚੀ ਰੋਣ ਲੱਗੀ। ਰਣਜੋਤ ਨੇ ਉਸਨੂੰ ਚੁੱਪ ਕਰਾਇਆ ਤੇ ਸਭ ਤੋਂ ਪਹਿਲਾਂ ਉਹ ਪੁਲਿਸ ਸਟੇਸ਼ਨ ਪਹੁੰਚੇ। ਉੱਥੇ ਜਾ ਕੇ ਰਣਜੋਤ ਨੇ ਆਪਣੀ ਮਾਂ ਦੇ ਗੁੰਮ ਹੋਣ ਦੀ ਰਿਪੋਰਟ ਲਿਖਾਈ ਤੇ ਜਲਦ ਤੋਂ ਜਲਦ ਉਹਨੂੰ ਲੱਭਣ ਲਈ ਕਿਹਾ। ਪੁਲਿਸ ਨੇ ਉਹਨਾਂ ਨੂੰ ਮਾਂ ਜੀ ਦੇ ਲਾਪਤਾ ਹੋਣ ਦੇ ਪੋਸਟਰ ਵੀ ਲਗਵਾਉਣ ਦੀ ਸਲਾਹ ਦਿੱਤੀ। ਰਣਜੋਤ ਲਈ ਤਾਂ ਦਿਨ ਰਾਤ ਕੱਢਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਪੁਲਿਸ ਵਿੱਚ ਰਿਪੋਰਟ ਲਿਖਾਉਣ ਦੇ ਬਾਵਜੂਦ ਵੀ ਉਸਨੇ ਖੁਦ ਆਪਣੀ ਮਾਂ ਨੂੰ ਲੱਭਣ ਲਈ ਦਿਨ ਰਾਤ ਇੱਕ ਕਰ ਦਿੱਤਾ। ਉਸਨੇ ਫੋਨ ਕਰਕੇ ਸਾਰੇ ਰਿਸ਼ਤੇਦਾਰਾਂ ਤੋਂ ਵੀ ਆਪਣੇ ਮੰਮੀ ਬਾਰੇ ਪੁੱਛਿਆ। ਉਸਨੂੰ ਭੁੱਖ ਪਿਆਸ ਬਿਲਕੁਲ ਭੁੱਲ ਚੁੱਕੀ ਸੀ। ਇੱਧਰ ਉਸ ਮੁੰਡੇ ਗੁਰਜੀਤ ਨੂੰ ਰੇਸ਼ਮ ਕੌਰ ਦੀਆਂ ਗੱਲਾਂ ਸੁਣ ਕੇ ਬਹੁਤ ਅਫਸੋਸ ਹੋ ਰਿਹਾ ਸੀ ਤੇ ਬਹੁਤ ਗੁੱਸਾ ਵੀ ਆ ਰਿਹਾ ਸੀ। ਉਸਨੇ ਰੇਸ਼ਮ ਕੌਰ ਨੂੰ ਕਿਹਾ ਕਿ ਮਾਂ ਜੀ, ਤੁਹਾਡੇ ਨਾਲ ਜੋ ਵੀ ਹੋਇਆ, ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਕਿਸੇ ਵੀ ਮਾਤਾ ਪਿਤਾ ਨਾਲ ਅਜਿਹਾ ਨਾ ਹੋਵੇ। ਪਰ ਮਾਂ ਜੀ, ਤੁਹਾਨੂੰ ਆਪਣੀ ਨੂੰਹ ਤੇ ਉਸ ਕਮੀਨੇ ਇਨਸਾਨ ਨੂੰ ਸਬਕ ਜ਼ਰੂਰ ਸਿਖਾਉਣਾ ਚਾਹੀਦਾ। ਪਰ ਪੁੱਤ, ਮੈਂ ਬਜ਼ੁਰਗ ਔਰਤ ਕੀ ਕਰ ਸਕਦੀ ਹਾਂ? ਰੇਸ਼ਮ ਕੌਰ ਨੇ ਅੱਖਾਂ ਵਿੱਚੋਂ ਡੁੱਲਦੇ ਹੰਝੂਆਂ ਨੂੰ ਪੂੰਝਦੇ ਹੋਏ ਕਿਹਾ। ਮਾਂ ਜੀ, ਤੁਸੀਂ ਨਹੀਂ ਜਾਣਦੇ, ਤੁਸੀਂ ਉਹ ਔਰਤ ਹੋ ਜਿਸ ਨੇ ਜ਼ਿੰਦਗੀ ਦੀਆਂ ਔਕੜਾਂ ਦਾ ਮੂੰਹ ਤੋੜ ਜਵਾਬ ਦਿੱਤਾ। ਤੁਸੀਂ ਉਹ ਔਰਤ ਹੋ ਜਿਸ ਨੇ ਆਪਣੀ ਨੂੰਹ ਤੇ ਧੀ ਵਾਂਗ ਮਮਤਾ ਲੁਟਾਈ। ਤੁਸੀਂ ਉਹ ਔਰਤ ਹੋ ਜੋ ਦੁਰਗਾ ਮਾਂ ਦਾ ਰੂਪ ਧਾਰਨ ਕਰਕੇ ਅਜਿਹੀ ਨੂੰਹ ਨੂੰ ਸਬਕ ਸਿਖਾ ਸਕਦੀ ਹੈ। ਤੁਸੀਂ ਇੱਕ ਮਾਂ ਹੋ। ਇੱਕ ਮਾਂ ਤੇ ਇੱਕ ਔਰਤ ਜਦੋਂ ਆਪਣੀ ਆਈ ਤੇ ਆ ਜਾਵੇ ਤਾਂ ਉਹ ਧਰਤੀ ਅਸਮਾਨ ਤੱਕ ਹਿਲਾ ਕੇ ਰੱਖ ਦਿੰਦੀ ਆ। ਫਿਰ ਜਰਾ ਸੋਚੋ ਮਾਂ ਜੀ ਕਿ ਇਹੋ ਜਿਹੇ ਜ਼ਾਲਮ ਲੋਕਾਂ ਨੂੰ ਜੇਕਰ ਸਮਾਜ ਵਿੱਚ ਇਸੇ ਤਰ੍ਹਾਂ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਪਤਾ ਨਹੀਂ ਤੁਹਾਡੇ ਵਰਗੀਆਂ ਕਿੰਨੀਆਂ ਮਾਵਾਂ, ਕਿੰਨੇ ਬਾਪ ਅਜਿਹੀਆਂ ਖਤਰਨਾਕ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦੇ ਰਹਿਣਗੇ, ਆਣਾਈ ਮੌਤ ਮਰਦੇ ਰਹਿਣਗੇ। ਰੱਬ ਨੇ ਤੁਹਾਨੂੰ ਇਹ ਦੂਸਰਾ ਜਨਮ ਇਸੇ ਲਈ ਦਿੱਤਾ ਹੈ ਤਾਂ ਕਿ ਤੁਸੀਂ ਇਹਨਾਂ ਲੋਕਾਂ ਨੂੰ ਉਹਨਾਂ ਦੇ ਹਿੱਸੇ ਦੀ ਸਜ਼ਾ ਦੇ ਕੇ ਸਮਾਜ ਦਾ ਭਲਾ ਕਰ ਸਕੋ। ਤੇ ਫਿਰ ਤੁਹਾਡਾ ਬੇਟਾ, ਕੀ ਤੁਸੀਂ ਉਸ ਨੂੰ ਇਸੇ ਤਰ੍ਹਾਂ ਮਰਨ ਲਈ ਛੱਡ ਦਿਓਗੇ ਤਾਂ ਕਿ ਜੋ ਹਾਲ ਉਹਨਾਂ ਲੋਕਾਂ ਨੇ ਤੁਹਾਡਾ ਕੀਤਾ ਉਹੀ ਤੁਹਾਡਾ ਤੇ ਤੁਹਾਡੇ ਪੋਤਰੇ ਦਾ ਵੀ ਹੋਵੇ? ਫਿਰ ਗੁਰਜੀਤ ਨੇ ਥੋੜਾ ਉਦਾਸ ਹੁੰਦੇ ਹੋਏ ਕਿਹਾ ਕਿ ਮਾਂ ਜੀ, ਮੇਰੇ ਆਪਦੇ ਸਕੇ ਮਾਂ-ਬਾਪ ਤਾਂ ਇਸ ਦੁਨੀਆ ਵਿੱਚ ਨਹੀਂ ਰਹੇ। ਆਪਣੇ ਮਾਂ-ਬਾਪ ਤੋਂ ਬਿਨਾਂ ਮੈਂ ਕਿਵੇਂ ਜੀਵਨ ਕੱਟ ਰਿਹਾ ਹਾਂ ਇਹ ਬਸ ਮੈਂ ਜਾਣਦਾ ਹਾਂ। ਪਰ ਹਰ ਰਿਸ਼ਤਾ ਖੂਨ ਨਾਲ ਨਹੀਂ ਹੁੰਦਾ, ਹੈ ਨਾ? ਕੁਝ ਰਿਸ਼ਤੇ ਪਰਮਾਤਮਾ ਅਹਿਸਾਸਾਂ ਨਾਲ ਵੀ ਬਣਾਉਂਦਾ ਹੈ, ਜਿਵੇਂ ਇਸ ਇੱਕ ਰਾਤ ਵਿੱਚ ਤੁਹਾਡਾ ਤੇ ਮੇਰਾ ਰਿਸ਼ਤਾ ਬਣ ਚੁੱਕਿਆ ਹੈ। ਅੱਜ ਤੋਂ ਮੈਂ ਤੁਹਾਡਾ ਪੁੱਤਰ ਤੇ ਤੁਸੀਂ ਮੇਰੀ ਮਾਂ। ਗੁਰਜੀਤ ਨੇ ਆਪਣੀ ਗੱਲ ਪੂਰੀ ਕੀਤੀ। ਉਸ ਦੀ ਗੱਲ ਸੁਣ ਕੇ ਰੇਸ਼ਮ ਕੌਰ ਨੂੰ ਜਿਵੇਂ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਮਿਲ ਗਿਆ ਹੋਵੇ। ਉਸ ਦੇ ਅੰਦਰ ਇੱਕ ਨਵੀਂ ਊਰਜਾ ਦਾ ਸੰਚਾਰ ਹੋ ਗਿਆ। ਬੋਲ ਪੁੱਤ, ਹੁਣ ਅੱਗੇ ਮੈਂ ਕੀ ਕਰਨਾ ਹੈ? ਰੇਸ਼ਮ ਕੌਰ ਨੇ ਪੁੱਛਿਆ। ਗੁਰਜੀਤ ਦੇ ਪਲਾਨ ਮੁਤਾਬਕ ਰੇਸ਼ਮ ਕੌਰ ਪੁਲਿਸ ਸਟੇਸ਼ਨ ਪਹੁੰਚ ਗਈ। ਉੱਥੇ ਜਾ ਕੇ ਉਸਨੇ ਆਪਣੇ ਨਾਲ ਘਟੀ ਸਾਰੀ ਘਟਨਾ ਬਿਆਨ ਕੀਤੀ। ਪੁਲਿਸ ਨੂੰ ਵੀ ਪਤਾ ਲੱਗ ਗਿਆ ਸੀ ਕਿ ਜਿਸ ਰੇਸ਼ਮ ਕੌਰ ਨੂੰ ਪਿਛਲੇ ਕਈ ਦਿਨਾਂ ਤੋਂ ਲੱਭ ਰਹੇ ਹਨ ਉਹ ਜਿੰਦਾ ਹੈ ਤੇ ਬਿਲਕੁਲ ਠੀਕ ਠਾਕ ਹੈ। ਫਿਰ ਇੱਕ ਪੁਲਿਸ ਵਾਲੇ ਨੇ ਰਣਜੋਤ ਨੂੰ ਦਿੱਲੀ ਫੋਨ ਕਰਕੇ ਉਸਦੀ ਮਾਂ ਦੇ ਤੰਦਰੁਸਤ ਹੋਣ ਦੀ ਖਬਰ ਦਿੱਤੀ ਤੇ ਕਿਹਾ ਕਿ ਉਹ ਬਿਲਕੁਲ ਠੀਕ ਹੈ ਤੇ ਇਸ ਟਾਈਮ ਪੁਲਿਸ ਸਟੇਸ਼ਨ ਵਿੱਚ ਹੀ ਮੌਜੂਦ ਹੈ। ਫਿਰ ਰਣਜੋਤ ਨੇ ਆਪਣੀ ਮਾਂ ਨਾਲ ਗੱਲ ਕਰਵਾਉਣ ਲਈ ਕਿਹਾ। ਮਾਂ ਨਾਲ ਗੱਲ ਕਰਦਾ ਹੋਇਆ ਰਣਜੋਤ ਭਾਵੁਕ ਹੋ ਗਿਆ। ਫਿਰ ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਮਾਂ ਤੋਂ ਪੁੱਛਿਆ ਕਿ ਤੁਸੀਂ ਕਿੱਥੇ ਸੀ? ਕੀ ਹੋਇਆ ਤੁਹਾਡੇ ਨਾਲ? ਤੁਸੀਂ ਮੈਨੂੰ ਫੋਨ ਕਿਉਂ ਨਹੀਂ ਕੀਤਾ? ਮੈਂ ਬਹੁਤ ਜ਼ਿਆਦਾ ਫਿਕਰਮੰਦ ਸੀ ਤੁਹਾਡੇ ਲਈ, ਕਿੰਨਾ ਲੱਭਿਆ ਤੁਹਾਨੂੰ, ਪਰ ਤੁਹਾਡੀ ਕੋਈ ਖਬਰ ਨਹੀਂ ਸੀ। ਮਾਂ ਨੇ ਕਿਹਾ, ਪੁੱਤ ਮੈਂ ਠੀਕ ਹਾਂ, ਤੂੰ ਮੇਰੀ ਬਿਲਕੁਲ ਚਿੰਤਾ ਨਾ ਕਰ। ਮੈਨੂੰ ਮੇਰੇ ਇੱਕ ਹੋਰ ਪੁੱਤਰ ਨੇ ਬਚਾ ਲਿਆ ਤੇ ਮੈਂ ਇੱਕ ਨਵੀਂ ਜ਼ਿੰਦਗੀ ਜਿਉ ਰਹੀ ਹਾਂ। ਬਾਕੀ ਦੀ ਸਾਰੀ ਗੱਲ ਆਪਾਂ ਮਿਲ ਕੇ ਕਰਾਂਗੇ। ਤੂੰ ਕੱਲ ਇੱਥੇ ਆ ਜਾ। ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜੋ ਆਮਣੇ ਸਾਹਮਣੇ ਬੈਠ ਕੇ ਹੀ ਹੋ ਸਕਦੀਆਂ ਹਨ। ਫਿਰ ਰੇਸ਼ਮ ਕੌਰ ਆਪਣਾ ਬਿਆਨ ਦਰਜ ਕਰਵਾ ਕੇ ਗੁਰਜੀਤ ਦੇ ਨਾਲ ਚਲੀ ਗਈ ਤੇ ਪੁਲਿਸ ਵਾਲੇ ਨੂੰ ਆਪਣੇ ਪੁੱਤਰ ਦੇ ਆਉਣ ਤੱਕ ਉਡੀਕ ਕਰਨ ਲਈ ਕਿਹਾ। ਉਸ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ।
जद उसका पुत्र रंजोत आया तो माँ पुत एक दूसरे नूं गले मिल के बहुत रोए। माँ भी अंदरों टुट चुकी सी, पर पुत्र नूं देख के उसकी जान विच थोड़ी जान आ गई। जदों दोवें थोड़ा शांत होए तो पुत्र ने उन्हां नाल होई हड्ड-बीती जाननी चाही। फिर उसने अपने पुत्र नूं दसना शुरू किया कि किस तरह प्रीत ने उसनूं धोखा दिता है, इसदी किसी होर मुंडे नाल दोस्ती है ते पता नहीं पिछले किन्ने सालों तो हनेरे विच रख रही है। वो उसदे नाल मिल के नशा भी करदी आ। जिस दिन मैनू इस गल का पता लग्या तो वह मैनू अपने रस्ते का कंडा समझन लगी ते उसने अपने दोस्त नाल मिल के मैनू नहर विच सट दिता। पुत्र ने ये सब गल्लां सुनन तो बाद लूह कंडा खड़ा हो गया ते उसनूं बहुत गुस्सा आया। वो उसे वक्त प्रीत नूं जिंदा ही जमीन विच गड्ड देना चाहुंदा सी, पर रेशम कौर ने कहा कि उसनूं सज़ा मैं देवांगी। फिर वो तिन्ने जने पुलिस स्टेशन चले गए। उन्हां दे बयान दर्ज करवाउण तो बाद पुलिस ने प्रीत ते ताज दोनों नूं स्कूल की ड्यूटी के दौरान ही गिरफ्तार कर लिया। सारे स्कूल विच कानाफूसी शुरू हो गई। जब पुलिस उन्हां नूं थाणे लैके आई तो रेशम कौर ने पुलिस इंचार्ज नूं दरखास्त की कि इन्हां नूं सज़ा मैं देना चाहुंदी हां, तुसीं अपनी लिखती कार्रवाई पूरी करो ते मेरी मदद करो। फिर रेशम कौर के कहे अनुसार पुलिस उन्हां दोनों नूं उसे नहर ते लिजा के खड़ा कर दिंदी है ते रेशम कौर कहती है कि मैं उन्हां नूं उसे तरह धक्का दे के अपना बदला पूरा करना चाहुंदी हां, तां ही मेरे कलेजे ठंड पवेगी। क्योंकि जिस नूं नूं मैं धी समझदी रही उसनूं थाली विच पा के खाना परोसदी रही, उसकी थकावट का फिक्र करदिआं टिफन भी पैक कर करके दिंदी रही, उसने मैनू की खंड पाई। प्रीत ते ताज नहर दे पुल ते खड़े डर नाल कंब रहे सी ते मिहनतां कर रहे सी, पर रेशम कौर ते मिहनतां दा कोई असर ना होया। रंजोत भी बहुत गुस्से विच सी ते वो अपनी मां नूं कह रहा सी कि जेकर तुसीं इजाजत देवो तां मैं इन्हां नूं धक्का देना चाहुंदा हां। मैनू अपनी पत्नी तो इहो जी उम्मीद कदे भी नहीं सी। इस धोखेबाज जनानी नूं मैं इस दुनिया तो अलविदा कर देवां। इन्ना कहंदे कहंदे उसने 2-3 थप्पड़ प्रीत दे जड़ दिते, पर रेशम कौर ने मना कर दिता। सब तो पहला धक्का रेशम कौर ने ताज नूं दिता। वो पानी विच अपने आप नूं बचाउण लई जद्दोजहद करन लगा। पानी विच हथ पैर मारदा मारदा वो किन्नी दूर चला गया। प्रीत उसनूं देख के थर थर कंबन लगी ते उसदियां मिन्नतां तरले वध गए कि मम्मी जी मैनू माफ़ कर दिओ, मैं तुहाडी धी वांग हाँ, अगे तो कदे अजिहा नहीं होवेगा, बस एक आखिरी बार माफ़ कर दिओ, मेरे तो गलती हो गई। ते फिर रेशम कौर दे पैरी डिग पई। फिर अचानक रेशम कौर दे मन विच दया आ गई ते उसने उत्थे ही छड्ड दिता ते पुलिस नूं कहा कि इस दे बाकी बनदी कार्रवाई तुसीं करो, इसनूं जो सज़ा देनी बनदी है तुसीं जरूर देवो। मैं अपने पुत्त ते पोते नाल बाकी दी जिंदगी बतीत कर लवांगी। जिवें मैनूं रब ने अपना पुत्त पालण लई हिम्मत हौसला ते रोजी रोटी का साधन दिता सी, उसे तरह हुण रब दी मेहर नाल मैं अपने पोते नूं भी पाल लवांगी। पर इस धोखेबाज औरत दा परछावां भी मैं अपने पोतरे ते नहीं पैण देवांगी। मैं नहीं चाहुंदी कि मेरा पोता अजिही मां दी घटिया परवरिश विच वड्डा होवे। इन्ना कहंदे होए वो अपने पुत्त ते पोतरे नूं नाल लैके अपने घर वाल चल पई। उधर गुरजीत ने ताज नूं बचा लिया सी, पुलिस दे हवाले कर दिता ताकि उस उपर भी बनदी कार्रवाई की जा सके, क्योंकि रेशम कौर ते गुरजीत उसनूं मारन दे इरादे नाल उत्थे नहीं लैके गए सी। वो तां सिर्फ वो डर ते खौफ उन्हां दे मन विच पैदा करना चाहुंदे सी। इसे डर अते खौफ की वजह करके ही उन्हां ने अपना सारा जुर्म कबूल कर लिया सी। कुछ नहीं सी चाहिदा रेशम कौर नूं हुण उन्हां तों। वो अपने पोतरे नूं लैके अपने पुत्त कोल रहण लई दिल्ली चली गई ते गुरजीत भी एक पुत्त वांग गलबात करदा रहिंदा सी ते उन्हां दा हाल चाल पुछदा रहिंदा। सो ये कहानी कई सवाल भी खड़े करदी है कि बजुर्ग कदों तक घरेलू हिंसा का शिकार हुंदे रहणगे। जो घटना अज रेशम कौर दे नाल हुई है वो कल किसी होर माता पिता नाल भी हो सकती है। इस दे लई सानू भारत सरकार द्वारा घरेलू हिंसा के खिलाफ बनाईयां गईयां नीतियां दे बारे जागरूक होना बहुत ज़रूरी है। जेकर तुसी भी किसी तरह की घरेलू हिंसा का शिकार हो जां तुहाडे घर विच जां तुहाडे आस पास कोई होर इस तरह का व्यक्ति है तां उस दे खिलाफ आवाज़ जरूर चुको।
ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਵੀ ਜ਼ਰੂਰ ਕਮੈਂਟ ਕਰਿਓ। ਚੰਗੀ ਲੱਗੀ ਲਾਈਕ ਵੀ ਕਰਿਓ, ਦੋਸਤਾਂ ਨਾਲ ਸ਼ੇਅਰ ਵੀ ਕਰਿਓ। ਬਾਕੀ ਦੀਆਂ ਕਹਾਣੀਆਂ ਵੀ ਸੁਣਦੇ ਰਹੋ। ਧੰਨਵਾਦ।